ਮੁੱਦਾ US ਵਿੱਚ ਤੁਹਾਡਾ ਫਿਰ ਸਵਾਗਤ ਹੈ। ਇਹਨਾਂ ਦਿਨਾਂ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਅਮਰੀਕਾ ਦੀਆਂ ਇਲੈਕਸ਼ਨਸ ਦੀ। ਅੱਜ ਜਿਸ ਮੁੱਦੇ ਤੇ ਅਸੀਂ ਗੱਲ ਕਰ ਰਹੇ ਹਾਂ ਉਹ ਮੁੱਦਾ ਵੀ ਭਾਵੇਂ ਇਲੈਕਸ਼ਨਸ ਨਾਲ ਜੁੜਿਆ ਹੋਇਆ ਹੈ, ਪਰ ਉਸ ਮੁੱਦੇ ਦੇ ਬਾਰੇ ਅਸੀਂ ਅਮਰੀਕਾ ਦਾ ਸਿੱਖ ਯੂਥ ਇਸ ਸਾਰੀ ਸਿਆਸਤ ਨੂੰ ਕਿਸ ਤਰ੍ਹਾਂ ਸੋਚਦਾ ਹੈ, ਕਿੱਥੇ ਅਸੀਂ ਪਹੁੰਚੇ ਹਾਂ। ਕਿਉਂਕਿ ਇੱਕ ਗੱਲ ਅਸੀਂ ਸ਼ੁਰੂ ਦੇ ਵਿੱਚ ਹੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਮਰੀਕਾ ਦੀ ਸਿਆਸਤ ਜਾਂ ਬਾਹਰ ਆ ਗਏ ਸਿੱਖਾਂ ਦੀ ਸਿਆਸਤ ਯੂਥ ਦੇ ਸਿਰ ਤੇ ਹੈ ਤੇ ਯੂਥ ਨੇ ਲੰਮਾ ਸਮਾਂ ਇਸ ਨੂੰ ਹੰਡਾਉਣਾ ਹੈ। ਅੱਜ ਦੀ ਇਸ ਸਾਰੀ ਵਿਚਾਰ ਚਰਚਾ ਦੇ ਵਿੱਚ ਸਾਡੇ ਨਾਲ ਨੇ ਮਨਮੀਤ ਸਿੰਘ ਜੀ, ਜਿਹੜੇ ਡੈਮੋਕ੍ਰੈਟਿਕ ਪਰਸਪੈਕਟਿਵ ਤੋਂ ਗੱਲ ਕਰਨਗੇ, ਵਿਚਾਰਧਾਰਾ ਨਾਲ ਜੁੜੇ ਹੋਏ ਨੇ, ਪਰ ਉਹਨਾਂ ਨੂੰ ਮੁੱਖ ਧਰਾਈ ਸਿਆਸਤ ਦੇ ਨਾਲ ਨਾਲ ਪੰਜਾਬ ਦੀ ਤੇ ਸਿੱਖ ਸਿਆਸਤ ਦੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਪੋਲਿਟਿਕਸ ਚੱਲ ਰਹੀ ਆ ਉਹਨਾਂ ਦੇ ਬਾਰੇ ਕਾਫੀ ਗਹਿਰੀ ਜਾਣਕਾਰੀ ਆ। ਦੂਜੇ ਸਾਡੇ ਪਾਸੇ ਨਾਲ ਨੇ ਪਵਨ ਸਿੰਘ, ਜਿਹੜੇ ਰਿਪਬਲਿਕਨ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਔਰ ਜਿਨ੍ਹਾਂ ਨੇ ਨਾ ਸਿਰਫ ਸਿੱਖ ਵੈਲਿਊਜ਼ ਨੂੰ ਹੰਡਾਇਆ ਹੈ ਬਲਕਿ ਆਪਣੇ ਨਾਲ ਇਸ ਵੇਲੇ ਕੈਰੀ ਕਰ ਰਹੇ ਨੇ। ਮੁੱਖ ਧਰਾਈ ਸਿਆਸਤ ਦੇ ਨਾਲ ਨਾਲ ਉਹ ਇੱਥੋਂ ਦੀ ਜਿਹੜੀ ਅਮਰੀਕਾ ਦੇ ਸਿੱਖ ਯੂਥ ਦੇ ਵਿੱਚ ਜੋ ਸਰਗਰਮੀਆਂ ਨੇ ਉਹਦੇ ਨਾਲ ਵੀ ਜੁੜੇ ਹੋਏ ਨੇ। ਮਨਮੀਤ ਜੀ, ਮੈਂ ਪੁੱਛਣਾ ਚਾਹੁੰਦਾ ਕਿ ਇਸ ਵੇਲੇ ਜਿਹੜੀਆਂ ਮੌਜੂਦਾ ਇਲੈਕਸ਼ਨਸ ਨੇ ਉਹਨਾਂ ਦੇ ਵਿੱਚ ਜਿਹੜੇ ਮੁੱਖ ਮੁੱਦੇ ਉੱਭਰ ਕੇ ਸਾਹਮਣੇ ਆ ਰਹੇ ਨੇ, ਉਹਨਾਂ ਦੇ ਵਿੱਚ ਆਮ ਤੌਰ 'ਤੇ ਇਹ ਗੱਲ ਕੀਤੀ ਜਾਂਦੀ ਹੈ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਾਂ ਰਿਪਬਲਿਕਨ ਪਾਰਟੀ ਜਿਹੜੀ ਉਹ ਕਰੋਨਾ ਵਾਇਰਸ ਨੂੰ ਸਹੀ ਤਰ੍ਹਾਂ ਨਾਲ ਨਹੀਂ ਸੰਭਾਲ ਸਕੀ। ਪ੍ਰੈਜ਼ੀਡੈਂਟ ਡੋਨਲਡ ਟਰੰਪ ਆਪ ਵੀ ਇਹਦੇ ਸ਼ਿਕਾਰ ਹੋਏ ਨੇ। ਤੁਸੀਂ ਕਿਵੇਂ ਦੇਖਦੇ ਹੋ? ਇਹ ਤੇ ਰੱਬ ਜੋ ਕਰਦਾ ਕਦੀ ਕਦੀ ਸਹੀ ਕਰਦਾ ਹੈ ਜਾਂ ਨਹੀਂ ਸਹੀ ਕਰਦਾ ਹੈ ਤੇ ਰੱਬ ਹੀ ਜਾਣਦਾ ਹੈ। ਬਟ ਜਿਹੜੇ ਬੜੇ ਸਾਰੇ ਮੀਮ ਆਏ ਕਿ ਵੀ ਇੱਕ ਦਿਨ ਪਹਿਲੇ ਜਦੋਂ ਡਿਬੇਟ ਹੋਈ ਹੈ ਉਹਨੇ ਬਾਈਡਨ ਦਾ ਮਖੌਲ ਬਣਾਇਆ ਕਿ ਇੰਨਾ ਵੱਡਾ ਉਹਨੇ ਮਾਸਕ ਉੱਤੇ ਪਾਇਆ ਪਟਾ ਜਿਹਾ ਕਿ ਵੀ 200 ਫੁੱਟ ਤੋਂ, ਕਹਿੰਦੇ ਇੰਨਾ ਵੱਡਾ ਮਾਸਕ ਮੈਂ ਕਿਸੇ ਨੇ ਨਹੀਂ ਦੇਖਿਆ। ਸੋ 2 ਦਿਨ ਬਾਅਦ ਉਹ ਆਪ ਵਿਚਾਰਾ ਇਸ ਵੇਲੇ ਅਸੀਂ ਚਾਹੁੰਦੇ ਹਾਂ ਕਿ ਵੀ ਭਾਵੇਂ ਤੁਸੀਂ ਲਾਈਕ ਕਰੋ ਜਾਂ ਨਹੀਂ ਲਾਈਕ ਕਰੋ ਟਰੰਪ ਨੂੰ, ਮੈਂ ਨਹੀਂ ਚਾਹੁੰਦਾ ਕਿ ਵੀ ਉਹਨਾਂ ਦੀ ਫੈਮਿਲੀ ਇਫੈਕਟਡ ਹੋਏ। ਤੇ ਬਾਈਡਨ ਨੇ ਬੜੀ ਵਧੀਆ ਸਟੇਟਮੈਂਟ ਦਿੱਤੀ ਵੀ ਤੁਹਾਡੀ ਸਿਹਤ ਲਈ ਅਸੀਂ ਅਰਦਾਸ ਕਰਦੇ ਹਾਂ, ਤੇਰੀ ਤੇ ਮਿਲਾਨੀਆ ਟਰੰਪ ਦੀ ਸਿਹਤ ਲਈ ਤੇ ਸਾਡੀ ਵੀ ਸਾਰੀ ਕੌਮ ਦੀ ਅਰਦਾਸ ਹੈ ਕਿ ਵੀ ਬਿਲਕੁਲ ਸਾਰਿਆਂ ਦੇ ਸਰਬੱਤ ਭਲਾ। ਸੋ ਬਟ ਦੇਖੋ, ਐਜ਼ ਜਿਹੜਾ ਡਾਕਟਰ ਵੀ ਹੁੰਦਾ ਹੈ, ਭਾਵੇਂ ਮਰੀਜ਼ ਜਿੰਨਾ ਵੀ ਬਿਮਾਰ ਹੋਏ, ਨਿਊਜ਼ ਜਿੰਨੀ ਵੀ ਬੈਡ ਹੋਏ, ਅਸੀਂ ਆਪ ਕਹਿੰਦੇ ਆਪਣੇ ਪੇਰੈਂਟਸ ਨੂੰ ਦੱਸੀਏ ਜਾਂ ਨਾ ਦੱਸੀਏ, ਬਟ ਸਾਡਾ ਫਰਜ਼ ਬਣਦਾ ਹੈ ਕਿ ਵੀ ਅਸੀਂ ਦੱਸਦੇ ਹਾਂ ਕਿ ਤੁਹਾਨੂੰ ਕੈਂਸਰ ਦੀ ਬਿਮਾਰੀ ਹੈ ਜਾਂ ਇਹ ਬਿਮਾਰੀ ਹੈ, ਤੁਹਾਡਾ ਹੱਕ ਬਣਦਾ ਹੈ। ਸੋ ਦਿਸ ਇਜ਼ ਕਾਮਨ ਸੈਂਸ ਥਿੰਗ। ਐਂਡ ਜਦੋਂ ਇਹ ਕਰੋਨਾ ਵਾਇਰਸ ਦੀ ਇਸ਼ੂ ਸਟਾਰਟਡ ਟੂ ਰਾਈਜ਼, this is early in January in that time frame. So ਇਹਨੇ ਕਿਹਾ ਕਿ ਵੀ ਮੈਂ ਪੈਨਿਕ ਨਹੀਂ ਚਾਹੁੰਦਾ ਸੀਗਾ। ਪੈਨਿਕ ਨਾ ਚਾਹਣਾ ਉਹ ਅਲੱਗ ਗੱਲ ਹੈ, ਉਹਨੂੰ ਮੈਨੇਜ ਕਰਨਾ ਅਲੱਗ ਗੱਲ ਹੈ, ਪਰ ਜਿਹੜੇ ਲੋਕ ਨੇ ਉਹਨਾਂ ਦਾ ਹੱਕ ਬਣਦਾ ਟੂ ਨੋ ਕਿ ਵੀ ਸੀਰੀਅਸ ਇਸ਼ੂ ਕਿੰਨੀ ਹੈ ਤਾਂ ਕਿ ਉਹਨਾਂ ਨੂੰ ਪ੍ਰੈਪਰੇਸ਼ਨ ਲਈ ਟਾਈਮ ਮਿਲੇ। ਸੋ ਯੂ ਕੰਪੇਅਰ ਦੈਟ ਟੂ ਦ ਲੀਡਰਸ਼ਿਪ ਇਨ ਨਿਊਜ਼ੀਲੈਂਡ, ਜਿਹੜੀ ਵਿਚ ਇਜ਼ ਔਨ ਦ ਫਲਿਪ ਸਾਈਡ, the management over there ਦੁਨੀਆ ਦੇ ਵਿੱਚ ਮਿਸਾਲ ਦੇ ਤੌਰ ਦੇ ਉੱਤੇ phenomenal. Some of the Scandinavian countries, they've done a phenomenal job. So on that scale, ਅੱਜ ਅਮਰੀਕਨ ਪਾਸਪੋਰਟ ਜਿਹੜੀਆਂ ਦੇਸ਼ਾਂ ਦੇ ਵਿੱਚ ਸਾਨੂੰ ਅਸੀਂ ਆਰਾਮ ਨਾਲ ਆਣਾ ਜਾਣਾ ਕਰ ਸਕਦੇ ਸੀਗੇ, ਅੱਧੇ ਦੇਸ਼ ਕਹਿੰਦੇ we don't want Americans. It is all a mismanagement of this campaign of this president, and it is a tragedy because ਇਹਦੇ ਵਿੱਚ we can laugh about it, we can have discourse about it, but it is sad that a lot of lives could have been saved. ਮੈਂ ਜੇ ਪ੍ਰੈਜ਼ੀਡੈਂਟ ਟਰੰਪ ਇਸ ਕਰੋਨਾ ਵਾਇਰਸ ਤੇ ਪੋਜ਼ਿਟਿਵ ਨਾ ਪਾਏ ਜਾਂਦੇ ਤੇ ਸ਼ਾਇਦ ਡੈਮੋਕ੍ਰੈਟਸ ਨੂੰ ਇਹ ਕਹਿਣ ਦਾ ਇਸ ਤਰ੍ਹਾਂ ਨਾਲ ਮੌਕਾ ਨਾ ਮਿਲਦਾ। ਜੀ, ਤੁਸੀਂ ਕਿਵੇਂ ਸਮਝਦੇ ਹੋ ਕਿ ਪ੍ਰੈਜ਼ੀਡੈਂਟ ਟਰੰਪ ਨੇ ਇਹਨੂੰ ਕਿਸ ਤਰ੍ਹਾਂ ਨਾਲ ਸੰਭਾਲਿਆ? ਡੋਨਲਡ ਟਰੰਪ ਨੇ ਆਪਣੀ ਲੀਡਰਸ਼ਿਪ ਸ਼ੁਰੂ ਤੋਂ ਬਹੁਤ ਵਧੀਆ ਤਰੀਕੇ ਨਾਲ ਰੱਖੀ ਆ। ਉਹਨਾਂ ਨੇ ਕਹਿ ਲਓ ਕਿ ਕਿਸੇ ਨੂੰ ਵੀ ਜ਼ਬਰਦਸਤੀ ਨਹੀਂ ਕੀਤਾ। ਉਹਨਾਂ ਨੇ ਅਮਰੀਕਨ ਫੈਡਰਲ ਸਿਸਟਮ ਦੀ ਰਿਸਪੈਕਟ ਕਰਦਿਆਂ ਹੋਇਆਂ ਸਟੇਟਾਂ ਦੇ ਗਵਰਨਰਸ ਨੂੰ ਇਹ ਅਧਿਕਾਰ ਦਿੱਤਾ ਹੈ, ਕਿਉਂਕਿ ਜੇ ਅਸੀਂ ਦੇਸ਼ ਇਹ ਦੇਖੀਏ ਕਿ ਕਿੱਥੋਂ ਬਣਿਆ ਹੈ, ਅਮਰੀਕਾ ਬਾਕੀ ਸਾਰੀ ਦੁਨੀਆ ਦੀਆਂ ਰਿਪਬਲਿਕਸ ਨਾਲੋਂ, ਡੈਮੋਕ੍ਰੇਸੀਜ਼ ਨਾਲੋਂ ਵੱਖਰਾ ਇਸੇ ਕਰਕੇ ਹੈ ਕਿ ਜਿਹੜੇ ਸਟੇਟਸ ਦੇ ਰਾਈਟਸ ਨੇ ਇੱਥੇ ਉਹ ਕੁਚਲੇ ਨਹੀਂ ਜਾਂਦੇ। ਨੈਸ਼ਨਲ ਗਵਰਨਮੈਂਟ ਆ ਕੇ ਆਪਣੀ ਮੈਂਡੇਟ ਨਹੀਂ ਦਿੰਦੀ, ਕਿਉਂਕਿ ਜਦੋਂ ਅਸੀਂ ਸਿਵਲ ਵਾਰ ਦੀ ਗੱਲ ਕਰਦੇ, ਅਮਰੀਕਨ ਸਿਵਲ ਵਾਰ ਵੀ ਹੋਈ ਇਸੇ ਕਰਕੇ ਸੀਗੀ ਕਿ ਜਿਹੜੀਆਂ ਸਟੇਟਸ ਦੇ ਰਾਈਟ ਸੀਗੇ ਉਹ ਵਾਇਲੇਟ ਹੁੰਦੇ ਉਹਨਾਂ ਨੂੰ ਜਦੋਂ ਨਜ਼ਰ ਆਏ ਤਾਂ ਉਹ ਸਟੇਟਸ ਬਾਗੀ ਹੋ ਗਈਆਂ। ਹੁਣ ਜਿੱਥੇ ਅਸੀਂ ਕਰੋਨਾ ਵਾਇਰਸ ਦੀ ਗੱਲ ਕਰੀਏ, ਜੋ ਕੁਝ ਫੈਡਰਲ ਲੈਵਲ ਤੋਂ ਹੋਣਾ ਚਾਹੀਦਾ ਸੀਗਾ ਉਹ ਟਰੰਪ ਹੋਣਾ ਨੇ ਮੁਹੱਈਆ ਵੀ ਕਰਵਾਇਆ। ਜੇ ਅਸੀਂ ਨਿਊਯਾਰਕ ਦੀ ਗੱਲ ਕਰੀਏ ਤਾਂ ਉਹ ਸ਼ਿਪ ਆਣ ਕੇ ਉੱਥੇ ਮਹੀਨੇ ਤੋਂ ਉੱਪਰ ਖੜੀ ਰਹੀ, ਪਰ ਉਸ ਦੇ ਵਿੱਚ ਸਿਰਫ ਕੇਵਲ 3 ਮਰੀਜ਼ ਗਏ। ਉਸ ਤੋਂ ਬਾਅਦ ਜੇ ਅਸੀਂ ਮਾਸਕ ਮੈਂਡੇਟ ਦੀ ਗੱਲ ਕਰੀਏ, ਮਾਸਕ ਪਾਉਣ ਵਾਲਿਆਂ ਨੂੰ ਕਿਹੜਾ ਨਹੀਂ ਹੋਇਆ। ਵਰਜੀਨੀਆ ਦਾ ਗਵਰਨਰ ਨੌਰਥਮ, ਜਿਹਨੇ ਇੰਨਾ ਕੁ ਜ਼ਿਆਦਾ ਜ਼ੋਰ ਪਾ ਕੇ ਔਰ ਆਲਮੋਸਟ ਕਈ ਲੋਕੀ ਉਹਨੂੰ ਨਾਜ਼ੀ ਵੀ ਕਹਿੰਦੇ ਨੇ ਕਿ ਜਿਹੜਾ ਰਿਚਮੰਡ ਦੇ ਵਿੱਚ ਨਾਜ਼ੀ ਬੈਠਾ ਹੈ, ਉਹਨੇ ਮਾਸਕ ਮੈਂਡੇਟ ਕੀਤੀ ਆ, ਉਹਨਾਂ ਦੇ ਵੀ ਹੋਇਆ। ਫਿਰ ਸਭ ਤੋਂ ਦੁਨੀਆ ਦਾ ਵੱਡਾ ਜੇ ਅਸੀਂ ਲੋਕਡਾਊਨ ਦੀ ਗੱਲ ਕਰਦੇ ਹਾਂ ਤੇ ਨਾ ਤਾਂ ਇੰਡੀਆ ਜਿੰਨੀ ਕਿਸੇ ਦੀ ਪਾਪੂਲੇਸ਼ਨ ਹੈ ਔਰ ਨਾ
ਹੀ ਡੰਡੇ ਦੇ ਜ਼ੋਰ ਤੇ ਏਡਾ ਵੱਡਾ ਲੋਕਡਾਊਨ ਕਿਸੇ ਨੇ ਕੀਤਾ, ਪਰ ਅੱਜ ਅਸੀਂ ਉਹਨਾਂ ਦੀ ਇਕਨੋਮੀ ਦੀ ਹਾਲਾਤ ਦੇਖੀਏ ਜਾਂ ਉਹਨਾਂ ਦੇ ਨੰਬਰਸ ਨੂੰ ਦੇਖੀਏ ਤਾਂ ਕੋਈ ਫਰਕ ਨਹੀਂ ਪਿਆ। ਵੀਰ ਜੀ ਹੋਣਾ ਨੇ ਗੱਲ ਕੀਤੀ ਸੀ ਨਿਊਜ਼ੀਲੈਂਡ ਦੀ, ਨਿਊਜ਼ੀਲੈਂਡ ਠੀਕ ਹੈ, ਪਰ ਉੱਥੇ ਵੀ ਰੀਇਮਰਜ ਹੋਇਆ। ਪਰ ਜੇ ਅਸੀਂ ਸਕੈਂਡੀਨੇਵੀਅਨ ਕੰਟਰੀਜ਼ ਦੀ ਗੱਲ ਕਰੀਏ, ਸਵੀਡਨ ਦੀ ਗੱਲ ਕਰਦੇ ਆ, ਉਹਨਾਂ ਨੇ ਜਿਹੜੀ ਕਿ ਗੱਲ ਪ੍ਰੈਜ਼ੀਡੈਂਟ ਟਰੰਪ ਹੋਣੀ ਹਰਡ ਇਮਿਊਨਿਟੀ ਦੀ ਗੱਲ ਕਰਦੇ ਸੀਗੇ, ਸਵੀਡਨ ਨੇ ਕੋਈ ਲੋਕਡਾਊਨ ਨਹੀਂ ਕੀਤਾ। ਲੋਕਡਾਊਨ ਕਰਨਾ ਜਾਂ ਮਾਸਕ ਪਾਉਣਾ ਇਟਸ ਨਾਟ ਗੈਰੰਟੀਡ, ਕਿਉਂਕਿ ਇੱਕ ਪਾਸੇ ਤਾਂ ਸਾਡੇ ਜਿਹੜੀ ਜੇ ਅਸੀਂ CDC ਦੀਆਂ ਸਟੇਟਮੈਂਟ ਵੀ ਦੇਖਦੇ ਹਾਂ, ਕਦੀ ਉਹ ਕਹਿ ਰਹੇ ਨੇ ਮਾਸਕ ਪਾ ਲਓ, ਕਦੀ ਉਹ ਕਹਿੰਦੇ ਨੇ ਮਾਸਕ ਲਾ ਲਓ। ਕਰੋਨਾ ਵਾਇਰਸ ਹੋ ਜਾਣਾ ਕੋਈ ਏਡੀ ਵੱਡੀ ਗੱਲ ਨਹੀਂ, ਕੁਦਰਤੀ ਗੱਲ ਹੈ, ਪਰ ਮੇਨ ਗੱਲ ਇਹ ਹੈ ਕਿ ਕੀ ਅਸੀਂ ਵਾਕਈ ਉਹ ਕੰਮ ਕਰ ਰਹੇ ਹਾਂ ਜੋ ਕਹਿ ਰਹੇ ਹਾਂ। ਕਿਉਂਕਿ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਸੀਗੇ ਕਿ ਕਰੋਨਾ ਨੂੰ ਐਜ਼ ਪਾਰਟ ਆਫ ਲਾਈਫ ਸਮਝੋ, ਡਿਜ਼ੀਜ਼ ਇਜ਼ ਪਾਰਟ ਆਫ ਲਾਈਫ, ਔਰ ਉਹ ਉਦਾਂ ਹੀ ਵਿਚਰਦੇ ਰਹੇ ਨੇ ਆਪਣੇ ਵੋਟਰਸ ਦੇ ਨਾਲ ਜਾ ਕੇ ਉਹ ਮਿਲਦੇ ਰਹੇ ਨੇ, ਉਹਨਾਂ ਆਪਣੀਆਂ ਕੈਂਪੇਨ ਰੈਲੀਜ਼ ਕੀਤੀਆਂ ਨੇ। ਪਰ ਜੇ ਅਸੀਂ ਨੈਂਸੀ ਪਲੋਸੀ ਦੀ ਗੱਲ ਕਰੀਏ, ਉਹਨਾਂ ਦਾ ਲੀਡਰਸ਼ਿਪ ਫੇਲੀਅਰ ਹੋਵੇ ਕਿ ਲੋਕਾਂ ਨੂੰ ਕਿਹਾ ਕਿ ਤੁਸੀਂ ਧੱਕੇ ਦੇ ਨਾਲ ਮਾਸਕ ਪਵਾਓ ਔਰ ਆਪ ਆਪਣੇ ਵਾਲ ਸੋਹਣੇ ਕਰਵਾਉਣ ਨੂੰ ਸਲਾਨ ਦੇ ਵਿੱਚ ਜਾ ਰਹੇ ਨੇ ਔਰ ਮਾਸਕ ਨਹੀਂ ਪਾਇਆ ਹੋਇਆ। ਸੋ ਇਹ ਜਿਹੜਾ ਦੋਗਲਾਪਨ ਹੈ, ਭਾਵੇਂ ਕਿ ਪੋਲੀਟੀਸ਼ੀਅਨਸ ਦੋਗਲੇਪਨ ਤੇ ਚੱਲਦੇ ਨੇ, ਪਰ ਜੋ ਡੈਮੋਕ੍ਰੈਟਿਕ ਪਾਰਟੀ ਦੀ ਲੀਡਰਸ਼ਿਪ ਵੱਲੋਂ ਦੋਗਲਾਪਨ ਔਰ ਇਸ ਕਰੋਨਾ ਵਾਇਰਸ ਵਰਗੀ ਮਹਾਮਾਰੀ ਨੂੰ ਜਿਹੜਾ ਨਾ ਹੈਵੀਲੀ ਪੋਲੀਟੀਸਾਈਜ਼ ਕੀਤਾ, ਔਰ ਇੱਥੋਂ ਤੱਕ ਕਿ ਜਿਹੜੀ ਕਾਂਗਰਸ ਵੂਮਨ ਹੈ AOC, ਉਹ ਕਹਿ ਰਹੀ ਹੈ ਕਿ ਇਕਨੋਮੀ ਹਰਟ ਹੋਵੇ ਤਾਂ ਕਿ ਟਰੰਪ ਇਲੈਕਸ਼ਨ ਨਾ ਜਿੱਤੇ। ਜਦੋਂ ਇਦਾਂ ਦੀ ਬਦਨੀਤੀ ਔਰ ਮਾੜੀ ਸੋਚ ਲੈ ਕੇ ਤੁਸੀਂ ਕੈਪੀਟਲ ਹਿੱਲ ਤੇ ਜਾ ਰਹੇ ਹੋ, ਤੁਸੀਂ ਸਰਬੱਤ ਦਾ ਭਲਾ ਤਾਂ ਕੀ ਤੁਸੀਂ ਆਪਣਾ ਵੀ ਭਲਾ ਕਿੱਥੋਂ ਮੰਗੋਗੇ? ਜੀ ਇੱਕ ਗੱਲ ਤੇ ਸਪਸ਼ਟ ਹੈ ਨਾ ਕਿ ਜੇ ਇਕੱਲੇ ਮਾਸਕ ਤੁਸੀਂ ਕਿਹਾ ਆ ਜਾਂ ਲੋਕਡਾਊਨ ਨਾਲ ਨਹੀਂ, ਪਰ ਪ੍ਰੈਜ਼ੀਡੈਂਟ ਟਰੰਪ ਖੁਦ ਮੰਨੇ ਉਸ ਦਿਨ, ਔਰ ਅਸੀਂ ਵੀ ਵੇਖਿਆ ਕਿ 30-40 ਹਜ਼ਾਰ ਦੀ ਉਹ ਕਹਿੰਦੇ ਅਸੀਂ ਰੈਲੀਆਂ ਓਪਨ 'ਚ ਕਰ ਰਹੇ, ਨਾ ਖੁਦ ਮਾਸਕ ਪਾਉਂਦੇ, ਨਾ ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਤੁਸੀਂ ਮਾਸਕ ਪਾਓ। ਦੈਟ ਇਜ਼ ਅ ਡਿਫਰੈਂਟ ਇਸ਼ੂ। ਹੁਣ ਜਿਵੇਂ ਆਪਾਂ ਬੈਠੇ ਹਾਂ, ਪਰ ਆਪਾਂ ਪਹਿਲੋਂ ਇੱਕ ਦੂਜੇ ਨਾਲ ਗੱਲ ਕਰ ਲਈ ਵੀ ਹਾਂ ਤੁਸੀਂ ਠੀਕ ਹੋ, ਤੇ ਤਾਂ ਹੀ ਆਪਾਂ ਬਿਨਾਂ ਮਾਸਕ ਤੋਂ ਬੈਠੀਏ, ਨਹੀਂ ਤੇ ਅਸੀਂ ਵੀ ਇਹ ਸੋਚਦੇ ਸੀ ਕਿ ਮਾਸਕ ਪਾ ਕੇ ਬੈਠਣਾ ਚਾਹੀਦਾ ਜਾਂ ਕਿਸ ਤਰ੍ਹਾਂ। ਪਰ ਜਿਹੜੇ ਲੋਕ ਉੱਥੇ ਇਕੱਠੇ ਹੁੰਦੇ ਆ, ਉਹਨਾਂ ਨੂੰ ਇਹ ਨਹੀਂ ਪੁੱਛਿਆ ਜਾਂਦਾ ਰੈਲੀਜ਼ ਦੇ ਵਿੱਚ ਵੀ ਤੁਸੀਂ ਸਾਰੇ ਠੀਕ ਹੋ, ਤੁਹਾਡੇ 'ਚੋਂ ਤਾਂ ਨਹੀਂ ਕੋਈ ਹੈਗਾ। ਜਿਹੜਾ ਉਹਨਾਂ ਨੇ ਹੁਣ ਨਾਮਜ਼ਦਗੀ ਕਰਨੀ ਸੀਗੀ ਸੁਪਰੀਮ ਕੋਰਟ ਦੀ ਜੱਜ ਦੀ, ਜਿੰਨੇ ਵੀ ਵਾਈਟ ਹਾਊਸ ਦੇ ਵਿੱਚ ਲੋਕ ਰੋਜ਼ ਗਾਰਡਨ 'ਚ ਇਕੱਠੇ ਹੋਏ ਸੀਗੇ, ਉਹਨਾਂ ਦੇ ਵਿੱਚ ਕਾਫੀ ਸਾਰੇ ਲੋਕ ਹੁਣ ਸ਼ੁਰੂ ਹੋ ਗਏ ਨੇ ਆਉਣੇ। ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ, ਪਰ ਤੁਸੀਂ ਮੈਨੂੰ ਮਨਮੀਤ ਜੀ ਇਹ ਗੱਲ ਦੱਸਿਓ ਕਿ ਜਦੋਂ ਹੁਣ ਆਪਾਂ ਦੇਖਦੇ ਇੱਕ ਇਹ ਵੀ ਚੀਜ਼ ਬਹੁਤ ਜ਼ੋਰਾਂ ਨਾਲ ਚੱਲ ਰਹੀ ਕਿ ਇੱਕ ਪਾਸੇ ਉਹ ਕਹਿੰਦੇ ਮਿਨੋਰਟੀਜ਼, ਆਪਾਂ ਲੋਕ ਮਿਨੋਰਟੀਜ਼ ਦੇ ਵਿੱਚ ਆ। ਤੁਸੀਂ ਅਮਰੀਕਾ ਦੇ ਵਿੱਚ ਮਿਨੋਰਟੀ ਦੀ ਸੇਫਟੀ ਨੂੰ ਲੈ ਕੇ ਜਾਂ ਮਿਨੋਰਟੀ ਜਿਸ ਤਰ੍ਹਾਂ ਨਾਲ ਇਹ ਸਮਝਿਆ ਜਾ ਰਿਹਾ ਆ ਕਿ ਖਤਰੇ 'ਚ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਇੱਕ ਤਾਂ ਮੈਂ ਜਿਹੜਾ ਬਲੈਕ ਲਾਈਵਜ਼ ਮੈਟਰ ਦੀ ਮੂਵਮੈਂਟ ਹੈ ਨਾ, ਉਸ ਦੇ ਵਿੱਚ ਇੱਕ ਇਨਕੰਪਰੀਹੈਂਸ਼ਨ ਹੈ ਸਾਡੀ ਕਮਿਊਨਿਟੀ ਕਿ ਵੀ ਇਹ ਕਾਲਿਆਂ ਦੀ ਗੱਲ ਕਰਦੇ ਹੈਗੇ। ਐਸੀ ਗੱਲ ਨਹੀਂ ਹੈਗੀ। ਕਾਲਿਆਂ ਨੇ ਜਿਹੜਾ ਸੰਘਰਸ਼ ਇਸ ਦੇਸ਼ ਦੇ ਵਿੱਚ ਕੀਤਾ ਹੈ, ਉਸ ਸੰਘਰਸ਼ ਦੀ ਬਦੌਲਤ ਆ ਕੇ ਸਾਰਾ ਕੁਝ ਸਾਨੂੰ ਨੌਕਰੀਆਂ ਮਿਲੀਆਂ, ਉਹਨਾਂ ਦੇ ਬਦੌਲਤ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਹੈ, ਸਾਡੀ ਲਾਈਫ ਬੈਟਰ ਹੋਈ ਹੈ, ਸਾਰੀ ਕਮਿਊਨਿਟੀਜ਼ ਦੀ, ਪੀਪਲ ਆਫ ਆਲ ਕਲਰ, ਠੀਕ ਹੈ। ਪਰ ਕੱਲੇ ਕਾਲਿਆਂ ਨੇ ਨਹੀਂ, ਆਪਣੇ ਪਹਿਲੋਂ ਸਿੱਖ ਜਿਹੜੇ ਆਏ ਸੀਗੇ, ਭਾਵੇਂ ਉਹਨਾਂ 'ਚ ਥਿੰਦ ਸਾਹਿਬ ਦੇਖ ਲਓ, ਦੋ ਭਗਤ ਸਿੰਘ ਹੋਏ ਨੇ ਜਿਨ੍ਹਾਂ ਨੇ ਸਾਡੀ ਜਨਰੇਸ਼ਨਸ, ਭਾਵੇਂ ਉਹ ਇੰਡੀਆ ਦੇ ਵਿੱਚ ਹੋਣ, ਸਾਊਥ ਏਸ਼ੀਆ ਦੇ ਵਿੱਚ ਹੋਣ ਜਾਂ ਇੱਥੇ ਹੋਏ, ਦੋਨੇ ਭਗਤ ਸਿੰਘ ਨੇ ਬਹੁਤ ਗਰਾਊਂਡ ਬ੍ਰੇਕਿੰਗ ਕੰਮ ਕੀਤਾ ਹੈਗਾ। ਸੋ ਦੋਵਾਂ ਲਈ ਮਾਣ ਸਤਿਕਾਰ ਹੈਗਾ। ਬਟ ਅੱਜ ਵੀ ਅਗਰ ਤੁਸੀਂ ਦੇਖ ਲਓ in terms of race, ਇਹਦੇ ਵਿੱਚ ਕੋਈ ਕਿੰਤੂ ਪਰੰਤੂ ਦੀ ਸਾਡੇ ਬੱਚਿਆਂ ਤੋਂ ਪੁੱਛ ਲਓ, ਕਿਸੇ ਵੀ ਸਿੱਖ ਘਰ ਦੇ ਵਿੱਚ ਜਿਸ ਤਰੀਕੇ ਨਾਲ ਉਹ ਟਰੰਪ ਨੂੰ ਪਰਸੀਵ ਕਰਦੇ ਹੈਗੇ, ਤੇ ਜਿਸ ਤਰੀਕੇ ਨਾਲ ਟਰੰਪ ਨੇ ਉਸ ਦਿਨ ਡਿਬੇਟ ਦੇ ਵਿੱਚ in his natural state ਇਹ ਨਹੀਂ ਕਹਿ ਪਾਇਆ ਕਿ ਜਿਹੜੀ ਵਾਈਟ ਸੁਪਰੈਮਿਸਟ ਨੇ ਅਸੀਂ ਇਹਨੂੰ ਢਾਹ ਲਾਣੀ ਹੈਗੀ। ਉਹਨੇ ਕਿਹਾ ਕਿ ਤੁਸੀਂ ਬਹਿ ਜਾਓ, ਬਟ ਖਬਰਦਾਰ ਵੀ ਰਹੋ, ਸਟੈਂਡ ਬਾਏ ਤੇ ਰਹੋ। ਵਾਈਟ ਸੁਪਰੈਮਿਸਟ ਉਹ ਅਸੀਂ ਵੀ ਉਹਨੇ ਰਿਐਕਟ ਕਰਤਾ, ਸਟੇ ਅਵੇ ਸਟੈਂਡ ਬਾਏ। ਹੁਣ ਜਾ ਕੇ ਉਹਨੇ ਕਰੈਕਟਿਵ ਸਟੇਟਮੈਂਟ ਹੈ, ਬਟ ਦੈਟ ਡਸਨਟ ਮੈਟਰ। ਕਰੈਕਟਿਵ ਸਟੇਟਮੈਂਟ ਇਜ਼ ਅ ਪੋਲੀਟੀਕਲ ਸਟੇਟਮੈਂਟ। ਜਿਹੜੀ ਡਿਬੇਟ ਦੇ ਵਿੱਚ ਵਾਸ ਹਿਜ਼ ਨੈਚੁਰਲ ਰਿਐਕਸ਼ਨ, ਐਂਡ ਦ ਨੈਚੁਰਲ ਰਿਐਕਸ਼ਨ ਆਫ ਦਿਸ ਐਡਮਿਨਿਸਟ੍ਰੇਸ਼ਨ ਆਲ ਥਰੂ ਆਊਟ ਦਿਸ 4 years ਐਂਡ ਟ੍ਰਾਈਂਗ ਟੂ ਗੈਟ ਇਨ ਦ ਕੈਂਪੇਨ ਵਾਸ ਭਾਵੇਂ ਉਹ ਕੇ ਦੇ ਬੰਦਿਆਂ ਨਾਲ ਕੰਮ ਕਰ ਰਹੇ ਜਾਂ ਰਾਈਟ ਵਿੰਗ ਨੈਸ਼ਨਲਿਸਟ ਨਾਲ ਗੱਲ ਕਰ ਰਹੇ, ਵਾਈਟ ਸੁਪਰੈਮਿਸਿਸਟ ਗਰੁੱਪ ਨਾਲ ਗੱਲ ਕਰ ਰਹੇ। ਜਦੋਂ ਕੈਰੋਲਾਈਨਾਸ ਦੇ ਵਿੱਚ ਉੱਥੇ ਪ੍ਰੋਟੈਸਟ ਹੋਏ ਸੀਗੇ, ਅੰਤੀਫਾ ਕਹਿ ਕੇ ਜਿਹੜੇ ਲੈਫਟ ਵਿੰਗ ਹੈਗੇ ਉਹੀ ਸਾਰਾ ਕੁਝ ਕਰ ਰਹੇ। ਆਈ ਥਿੰਕ ਇਟ ਇਜ਼ ਇੱਕ ਬੰਦਾ ਜਿਹੜਾ ਕਾਮਨ ਸੈਂਸ ਵਾਲਾ ਬੰਦਾ ਹੋਏਗਾ ਨਾ, ਜੇ ਅਗਰ ਉਹ ਕਹੇ ਕਿ ਬਈ ਡੋਨਲਡ ਟਰੰਪ ਇਸ ਸਮਾਜ ਨੂੰ ਦੋ ਪਾਰਟ ਨਹੀਂ ਕਰ ਰਿਹਾ ਰੇਸ ਦੇ ਆਧਾਰ ਦੇ ਉੱਤੇ, ਉਹ ਬੰਦਾ ਫਿਰ ਮੈਂ ਕਹਾਂਗਾ ਠੀਕ ਹੈ, in a party line you have to toe with Trump, and there are whether it's prominent six on the Republican side. ਮੈਂ ਕਹਿੰਦਾ we know Democrat as a party key problems ne, as a candidate key problems ne. Republicans as a party
You know, yes, you can support the party. ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਗੱਲ ਇਹ ਕਹਿ ਰਹੇ ਨੇ ਕਿ ਜਿਹੜਾ ਉਹਨਾਂ ਨੇ ਉਸ ਦਿਨ ਇਹ ਕਮੈਂਟ ਨਹੀਂ ਕੀਤਾ ਵਾਈਟ ਸੁਪਰਮਿਸਿਸਟ ਤੇ ਕ੍ਰਿਸ ਵਾਲਿਸ ਨੇ ਉਹਨਾਂ ਨੂੰ ਬੜਾ ਸਪਸ਼ਟ ਸਵਾਲ ਕੀਤਾ ਸੀਗਾ, ਪਰ ਦੂਜੇ ਪਾਸੇ ਬਲੈਕ ਲਾਈਵਸ ਮੈਟਰ ਦੇ ਬਾਰੇ ਵੀ ਇਹੀ ਜਿਹੀਆਂ ਗੱਲਾਂ ਹੁੰਦੀਆਂ ਪਈਆਂ ਨੇ। ਸੋ ਹਾਊ ਯੂ ਸੀ? ਦੇਖੋ, ਬਲੈਕ ਲਾਈਵਸ ਮੈਟਰ ਭਾਵੇਂ ਕਿ ਕਾਲੀ ਕਮਿਊਨਿਟੀ ਨੂੰ ਐਜ਼ ਅ ਫਰੰਟ ਯੂਜ਼ ਕੀਤਾ ਗਿਆ ਆ, ਪਰ ਉਹ ਜਿਹੜੇ ਜੇ ਅਸੀਂ ਦੇਖੀਏ ਤਾਂ ਜਿਹੜਾ ਲਿਬਰਲ ਵਾਈਟ ਮਾਈਂਡ ਆ ਉਹ ਇਹ ਸਾਰੀ ਵਾਇਲੈਂਸ ਦੇ ਪਿੱਛੇ ਹੈ। ਉਹ ਡੈਮੋਕ੍ਰੈਟਿਕ ਪਾਰਟੀ ਦਾ ਸਭ ਤੋਂ ਵੱਡਾ ਫੇਲੀਅਰ ਹੈ ਕਿ ਜਿਹੜੀ ਵੀ ਜਿੰਨੀਆਂ ਵੀ ਡੈਮੋਕ੍ਰੈਟਿਕ ਸਿਟੀਜ਼ ਨੇ ਉੱਥੇ ਜਦੋਂ ਰਾਈਟਸ ਹੋਏ ਨੇ, ਉਹ ਜਿਹੜਾ ਨੁਕਸਾਨ ਹੋਇਆ, ਜਿਹੜਾ ਜਾਨ ਤੇ ਮਾਲ ਦਾ ਨੁਕਸਾਨ ਹੋਇਆ, ਉਹ ਕਿਸੇ ਗੋਰੇ ਦਾ ਨਹੀਂ ਹੋਇਆ। ਜੇ ਅਸੀਂ ਕਨੋਸ਼ਾ ਦੀ ਗੱਲ ਕਰਦੇ ਹਾਂ, ਜਿਹੜੀ ਉੱਥੇ ਡੀਲਰਸ਼ਿਪ ਸਾੜੀ ਗਈ ਆ, ਉਹ ਕਿਸੇ ਇਮੀਗ੍ਰੈਂਟ ਦੀ ਸੀਗੀ, ਔਰ ਇੰਸ਼ੋਰੈਂਸ ਜਿਹੜੀ ਆ $1 ਨਹੀਂ ਪੇ ਕਰਦੀ। ਅਸੀਂ ਇਮੀਗ੍ਰੈਂਟ ਆ, ਸਾਨੂੰ ਪਤਾ ਹੈ ਕਿ ਕਿੰਨੀਆਂ ਮਿਹਨਤਾਂ ਕਰਕੇ $1-1, $2-2 ਬਚਾ ਕੇ ਤੇ ਬਿਜ਼ਨਸ ਸੈਟਅਪ ਕੀਤੇ ਜਾਂਦੇ, ਔਰ ਬਿਜ਼ਨਸਾਂ ਨੂੰ ਸਾੜ ਦੇਣਾ ਔਰ ਡੈਮੋਕ੍ਰੈਟਿਕ ਲੀਡਰਸ਼ਿਪ ਦਾ ਫੇਲੀਅਰ ਹੋਣਾ ਕਿ ਉਸ ਚੀਜ਼ ਦੀ ਨਿਖੇਧੀ ਨਾ ਕੀਤੀ ਜਾਣੀ, ਇਹ ਬਹੁਤ ਵੱਡਾ ਫੇਲੀਅਰ ਹੈ। ਔਰ ਮੇਨ ਗੱਲ ਇਹ ਹੈ ਕਿ ਜਿੰਨੇ ਵੀ ਡੈਮੋਕ੍ਰੈਟਿਕ ਸ਼ਹਿਰਾਂ ਦੇ ਵਿੱਚ ਰਾਈਟਸ ਹੋਏ ਨੇ, ਉੱਥੇ ਜਿਹੜੇ ਮੇਅਰ ਨੇ ਉਹ ਡੈਮੋਕ੍ਰੈਟ ਨੇ, ਜਿਹੜੇ ਪੁਲਿਸ ਡਿਪਾਰਟਮੈਂਟ ਹੁੰਦੇ ਆ ਉਹ ਡੈਮੋਕ੍ਰੈਟਿਕ ਮੇਅਰ ਦੇ ਅੰਡਰ ਕੰਮ ਕਰ ਰਹੇ ਨੇ। ਔਰ ਜੇ ਪੁਲਿਸ ਦਾ ਫੇਲੀਅਰ ਹੋਇਆ ਹੈ ਤਾਂ ਦੈਟ ਮੀਨਸ ਕਿ ਡੈਮੋਕ੍ਰੈਟਿਕ ਮੇਅਰ ਜਿਹੜੇ ਨੇ ਉਹਨਾਂ ਨੂੰ ਇਸ ਚੀਜ਼ ਦਾ ਹਰਜਾਨਾ ਭਰਨਾ ਪਏਗਾ। ਔਰ ਗੱਲ ਦੇਖਣ ਵਾਲੀ ਇਹ ਹੈ ਕਿ ਅਸੀਂ ਗੱਲ ਕਰਦੇ ਹਾਂ ਕਿ ਮਾਈਨੋਰਟੀ ਸੇਫ ਹੈਗੀਆਂ ਨੇ, ਨਹੀਂ। ਇੱਕ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਵਰਜੀਨੀਆ ਦੀ ਲਾਸਟ ਇਲੈਕਸ਼ਨ 2019 ਦੇ ਵਿੱਚ ਜਦੋਂ ਲੋਕਲ ਇਲੈਕਸ਼ਨ ਹੋਈ ਸਾਡੀ, ਜੋ ਮੋਰਸੀ ਨਾਮ ਦਾ ਬੰਦਾ ਰਿਚਮੰਡ ਦੇ ਕੋਲੋਂ ਇੱਕ ਵਕੀਲ ਸੀਗਾ ਜਿਹਨੇ ਕਿ ਅੰਡਰ ਏਜ ਨਾਬਾਲਗ ਕੁੜੀ ਦੇ ਨਾਲ ਆਪਣੇ ਫਿਜ਼ੀਕਲ ਸੰਬੰਧ ਬਣਾ ਕੇ ਬੱਚੇ ਪੈਦਾ ਕੀਤੇ, ਉਸ ਦੇ ਵਜੋਂ ਉਹ ਜੇਲ੍ਹ ਗਿਆ ਐਜ਼ ਅ ਫੈਲਨੀ। ਉਹਨੂੰ ਆਪਣਾ ਬਾਰ ਜਿਹੜਾ ਸੀਗਾ ਲਾਇਸੈਂਸ ਵਕੀਲ ਦਾ, ਉਹਦਾ ਲਾਇਸੈਂਸ ਖੋਲਿਆ ਗਿਆ, ਔਰ ਉਹ ਬੰਦਾ ਡੈਮੋਕ੍ਰੈਟਿਕ ਪਾਰਟੀ ਦੀ ਟਿਕਟ ਤੇ ਅਨਅਪੋਜ਼ਡ ਰਨ ਕੀਤਾ। ਔਰ ਅਸੀਂ ਕਹਿੰਦੇ ਆ ਕਿ ਮਾਈਨੋਰਟੀ ਸੇਫ ਨੇ। ਮੈਨੂੰ ਦੱਸੋ ਕਿ ਜਦੋਂ ਸਾਡੀਆਂ ਧੀਆਂ ਭੈਣਾਂ ਦੇ ਨਾਲ ਬਲਾਤਕਾਰ ਕਰਨ ਵਾਲੇ ਡੈਮੋਕ੍ਰੈਟਿਕ ਟਿਕਟਾਂ ਤੇ ਜਿੱਤ ਕੇ, ਔਰ ਅੱਜ ਦੀ ਤਰੀਕ ਦੇ ਵਿੱਚ ਸੈਨੇਟ ਦੇ ਵਿੱਚ ਉਹ ਬੰਦਾ ਬੈਠਾ ਹੋਇਆ ਹੈ, ਤੁਸੀਂ ਦਾਅਵੇ ਨਾਲ ਕਹਿ ਦਿਓ ਕਿ ਰਿਪਬਲਿਕਨਸ 'ਚ ਐਵੇਂ ਕਦੀ ਨਹੀਂ ਹੋਇਆ। ਭਾਜੀ ਮੇਰੀ ਗੱਲ ਸੁਣੋ, ਦੇਖੋ ਆਪਾਂ ਤੁਹਾਨੂੰ ਟਾਈਮ ਦਿੱਤਾ, ਆਪਾਂ ਤੁਹਾਡੀ ਗੱਲ ਬਿਲਕੁਲ ਸੁਣੀ ਹੈ, ਠੀਕ ਹੈ ਨਾ। ਹੁਣ ਮੈਨੂੰ ਗੱਲ ਕਰਨ ਦਿਓ, ਕਿਉਂਕਿ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਔਰ ਰੇਪਿਸਟ ਜਿਹੜੇ ਨੇ ਡੈਮੋਕ੍ਰੈਟਿਕ ਟਿਕਟਾਂ ਤੇ ਅਨਅਪੋਜ਼ਡ ਜਾ ਕੇ ਔਰ ਸਾਡੇ ਲਾਅ ਲਿਖਣਗੇ, ਅੱਜ ਦੀ ਤਰੀਕ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜਾ ਆਪਣਾ ਜਿਹੜੀ ਏਜ ਆਫ ਕੰਸੈਂਸ਼ੂਅਲ ਹੈ ਕਿ ਜਦੋਂ ਕੋਈ ਬੱਚਾ ਕਹਿ ਸਕਦਾ ਹੈ ਕਿ ਹਾਂ ਵੀ ਮੇਰੇ ਨਾਲ ਫਿਜ਼ੀਕਲ ਸੰਬੰਧ ਬਣਾ ਸਕਦੇ, ਉਸ ਨੂੰ ਲਿਜਾ ਕੇ 4 ਸਾਲ ਦੀ ਏਜ ਤੱਕ ਲੈ ਕੇ ਜਾ ਰਹੇ ਨੇ। ਕੀ ਇਹ ਮਾਈਨੋਰਟੀਜ਼ ਨੂੰ ਅਫੈਕਟ ਨਹੀਂ ਕਰਦੇ? ਤੁਹਾਨੂੰ ਪਤਾ ਹੈ ਕਿ ਵੀ ਇਹਦਾ ਆਚਰਣ ਕੀ ਹੈਗਾ। ਯੂ ਫੋਰਗੇਟ ਅਬਾਊਟ ਅ ਡੈਮੋਕ੍ਰੈਟਿਕ ਟਿਕਟ, ਯੂ ਨੋ ਆਲ ਆਫ ਦੋਸ ਵੀਡੀਓਜ਼, ਆਲ ਦ ਜਿਹੜੀਆਂ ਬਾਈਟਸ, ਆਲ ਦ ਹਸ਼ ਮਨੀ ਦੈਟ ਹੀ ਹੈਜ਼ ਪੇਡ। ਭਾਜੀ ਜਿਹੜੀ ਹਸ਼ ਮਨੀ ਪੇ ਕੀਤੀ ਗਈ ਸੀਗੀ ਉਹ ਅੰਡਰ ਏਜ ਨੂੰ ਨਹੀਂ ਕੀਤੀ ਗਈ ਸੀਗੀ। ਭਾਜੀ ਜਿਹੜੀ ਹਸ਼ ਮਨੀ ਪੇ ਕੀਤੀ ਗਈ ਸੀ ਉਹ ਅੰਡਰ ਏਜ ਨੂੰ ਨਹੀਂ ਗੱਲ ਕਰਦੇ। ਗੱਲ ਆਪਾਂ ਆਪਣੇ ਯੂਥ ਨੂੰ ਪ੍ਰੋਟੈਕਟ ਕਰਨ ਦੀ, ਆਪਣੇ ਬੱਚਿਆਂ ਨੂੰ ਪ੍ਰੋਟੈਕਟ ਕਰਨ ਦੀ ਅਸੀਂ ਗੱਲ ਕਰ ਰਹੇ ਹਾਂ। ਆਪਾਂ ਕਿਉਂਕਿ ਮੈਂ ਚਾਹੁੰਦਾ ਕਿ ਜੇ ਸਮਾਂ ਖੁੱਲ੍ਹਾ ਹੁੰਦਾ ਤੇ ਡਿਬੇਟ ਆਪਣੀ ਡਿਸਕਸ਼ਨ ਨੂੰ ਹੋਰ ਅੱਗੇ ਲੈ ਕੇ ਜਾਂਦੇ। ਇਸ਼ੂ ਉੱਠਿਆ, ਇਹਦੇ ਬਾਰੇ ਗੱਲ ਫਿਰ ਆਪਾਂ ਕਰਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ, ਇਹਨਾਂ ਨੂੰ ਫਿਰ ਇਹਨਾਂ ਸਾਰੇ ਐਂਗਲਸ ਤੋਂ ਗੱਲ ਕਰਾਂਗੇ। ਮਨਮੀਤ ਜੀ, ਹੈਲਥ ਕੇਅਰ ਸਾਡੇ ਲੋਕਾਂ ਵਾਸਤੇ ਬਹੁਤ ਜ਼ਰੂਰੀ ਹੈ। ਬਿਲਕੁਲ। ਔਰ ਹੈਲਥ ਕੇਅਰ ਜਿਹੜਾ ਓਬਾਮਾ ਦੇ ਟਾਈਮ ਤੇ ਓਬਾਮਾ ਕੇਅਰ ਆਈ, ਨਵੀਆਂ ਚੇਂਜਸ ਹੋਈਆਂ, ਉਹਦੇ ਵਿੱਚ ਲੋਕ ਆਦੀ ਹੋ ਗਏ ਉਸ ਚੀਜ਼ ਤੇ। ਹੁਣ ਜਿਹੜੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ ਔਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਸੀ ਹੈਲਥ ਕੇਅਰ ਜਿਹੜੀ ਆ ਮੈਂ ਇਹਦੇ 'ਚ ਚੇਂਜਸ ਲਿਆਉਂਗਾ। ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਤੁਸੀਂ ਜੇ ਐਗਰੀ ਕਰਦੇ ਹੋ ਕਿ ਚੇਂਜਸ ਹੋਣੀਆਂ ਚਾਹੀਦੀਆਂ ਸੀ, ਤੁਹਾਨੂੰ ਲੱਗਦਾ ਕਿ ਹੈਲਥ ਕੇਅਰ ਦੇ ਵਿੱਚ ਚੇਂਜਸ ਹੋਣੀਆਂ ਚਾਹੀਦੀਆਂ ਸੀਗੀਆਂ? ਔਰ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ। ਬਿਲਕੁਲ, ਮੈਂ ਕਹਿੰਦਾ ਕਿ ਸਾਡੀ ਕਮਿਊਨਿਟੀ ਨੂੰ ਜੋ ਬਾਈਡਨ ਨੂੰ ਸਪੋਰਟ ਕਰਨੀ ਚਾਹੀਦੀ ਹੈਗੀ ਆ। ਮੈਂ ਆਪ ਬਰਨੀ ਸੈਂਡਰਸ ਦਾ ਸਪੋਰਟਰ ਸੀਗਾ, ਕਿਉਂਕਿ ਸਾਰੇ ਮੁੱਦਿਆਂ ਨੂੰ ਪਿੱਛੇ ਰੱਖ ਕੇ, ਰੇਸ ਦੇ ਮੁੱਦੇ ਜਾਂ ਕੋਈ ਵੀ, ਜਿਹੜਾ ਮੈਡੀਕੇਅਰ ਫॉर ਆਲ ਦਾ ਮੁੱਦਾ ਸੀਗਾ, ਬਹੁਤ ਅਹਿਮ ਮੁੱਦਾ ਸੀਗਾ। ਕਿਉਂਕਿ ਅਸੀਂ ਜਿੰਨਾ ਪੈਸਾ ਡਿਫੈਂਸ ਦੇ ਵਿੱਚ ਲਾਉਂਦੇ ਹਾਂ, ਜਿੰਨਾ ਪੈਸਾ ਹੋਰਾਂ ਕੰਮਾਂ ਦੇ ਵਿੱਚ ਲਾਉਂਦੇ ਹਾਂ, ਦੂਜੇ ਦੇਸ਼ਾਂ ਨੂੰ ਦਿੰਦੇ ਹਾਂ, ਉਹ ਸਾਰਾ ਪੈਸਾ ਇੱਕ ਪਾਸੇ, ਬਟ ਐਟਲੀਸਟ ਐਜ਼ ਅ ਡਿਵੈਲਪਡ ਕੰਟਰੀ ਵੀ ਗਾਟ ਟੂ ਮੇਕ ਸ਼ੋਰ ਕਿ ਬਈ ਹੈਲਥ ਕੇਅਰ ਇਜ਼ ਅ ਹਿਊਮਨ ਰਾਈਟ। ਇਸ ਮੁੱਦੇ ਉੱਤੇ ਬਰਨੀ ਅੱਗੇ ਆਇਆ ਸੀਗਾ। ਇਹ ਮੁੱਦਾ ਜਿਹੜਾ ਸੀਗਾ ਓਬਾਮਾ ਨੇ ਵੀ ਚੁੱਕਿਆ ਕਿ ਵੀ instead of switching on and off, we will ramp up to that. So ਜਿਹੜਾ ਓਬਾਮਾ ਕੇਅਰ ਬਣਿਆ ਸੀਗਾ ਉਹ ਸੀਗਾ to make this available to as many Americans as possible. ਮੇਰੀ ਪੂਰੀ ਉਮੀਦ ਆ ਕਿ ਬਾਈਡਨ ਵੀ ਇਹ ਕਰੇਗਾ। ਤੇ ਮੈਨੂੰ ਪਿਛਲੀ ਇਲੈਕਸ਼ਨ ਦੇ ਲਵਸ ਟਰੰਪ ਦੇ ਯਾਦ ਨੇ, ਇੱਕ ਡਿਬੇਟ ਦੇ ਵਿੱਚ, ਇੱਕ ਟਾਊਨ ਹਾਲ ਦੇ ਵਿੱਚ ਉਹਨੇ ਕਹਿੰਦਾ ਕੋਈ ਮਰਦੇ ਬੰਦੇ ਨੂੰ ਮੈਂ ਉੱਥੇ ਸੜਕ ਦੇ ਉੱਤੇ ਨਹੀਂ ਮੈਂ ਛੱਡ ਸਕਦਾ।
ਬਟ ਉਹ ਤੋਂ ਰਿਟਰੈਕਟ ਹੋਇਆ ਹੈ। ਜਿਹੜੀ ਮੈਂ ਹੁਣ ਕ੍ਰਾਸ ਪਾਰਟੀ ਵੀ ਕਹਿੰਦਾ, ਟਰੰਪ ਦੀ ਇੱਕ ਗੱਲ ਵਧੀਆ ਕਿ ਵੀ ਉਹ ਕਹਿ ਰਿਹਾ ਕਿ ਵੀ ਮੈਂ ਜਿਹੜੀ ਫਾਰਮਾਸਿਊਟੀਕਲ ਕੰਪਨੀਜ਼ ਦਾ ਵਿਰੋਧ ਕਰਾਂਗਾ, ਬ੍ਰਿੰਗ ਡਾਊਨ ਦ ਕਾਸਟ ਆਫ ਫਾਰਮੇਸੀ, ਕਿਉਂਕਿ ਇਹ ਮੈਡੀਕੇਅਰ ਫॉर ਆਲ ਜਿਹੜੀ ਇਸ਼ੂ ਹੈਗੀ ਇਟ ਸ਼ੁੱਡ ਬੀ ਅਕ੍ਰੋਸ ਪਾਰਟੀ ਲਾਈਨ, ਕਿਉਂਕਿ ਇਸ ਦੇ ਵਿੱਚ ਪਾਰਟੀ ਦੀ ਕੋਈ ਇਸ਼ੂ ਨਹੀਂ ਹੈਗੀ। ਵੈਦਰ ਇਟਸ ਦ ਡਿਫੈਂਸ ਆਫ ਦਿਸ ਕੰਟਰੀ ਦੈਟ ਸ਼ੁੱਡ ਬੀ ਅਕ੍ਰੋਸ ਪਾਰਟੀ ਲਾਈਨ, ਉਹਦੇ ਵਿੱਚ ਵੀ ਕੋਈ ਕਿੰਤੂ ਪਰੰਤੂ ਨਹੀਂ ਹੋਣੀ ਚਾਹੀਦੀ। ਐਂਡ ਦੈਟਸ ਦ ਮੁੱਦਾ। ਮੈਂ ਤੁਹਾਨੂੰ ਪੁੱਛਣਾ ਕਿਉਂਕਿ ਆਪਣਾ ਪ੍ਰੋਗਰਾਮ ਦਾ ਖਤਮ ਕਰਨ ਦਾ ਟਾਈਮ ਹੋ ਗਿਆ। ਕੁਇਕਲੀ 2 ਲਾਈਨਾਂ ਦੇ ਵਿੱਚ ਇਹਦਾ ਆਨਸਰ ਦਿਓ ਜੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਜਲਵਾਯੂ ਸਮਝੌਤੇ ਫਰਾਂਸ ਤੋਂ ਬਾਹਰ ਨਿਕਲਣਾ ਤੁਸੀਂ ਸਮਝਦੇ ਹੋ ਕਿ ਇਹ ਠੀਕ ਸੀ? ਨਹੀਂ, ਬਿਲਕੁਲ ਨਹੀਂ ਠੀਕ, ਬਿਕੋਜ਼ ਹੁਣ ਤੁਸੀਂ ਦੇਖੋ ਵਰਲਡ ਕੈਟਾਸਟ੍ਰੋਫੀਜ਼ ਜਿਹੜੀਆਂ ਹੋ ਰਹੀਆਂ ਹੈਗੀਆਂ ਇਨਵਾਇਰਮੈਂਟਲੀ, ਹਾਂ ਤੁਸੀਂ ਇੰਡੀਆ ਦੇ ਹਾਲਾਤ ਦੇਖ ਲਓ, ਉੱਥੇ ਬਾੜ ਆ ਰਹੀ ਹੈਗੀ, ਤੁਸੀਂ ਅਮਰੀਕਾ ਦੇ ਵਿੱਚ ਟੋਰਨੇਡੋਜ਼ ਵਗੈਰਾ ਆ ਰਹੇ ਹੈਗੇ। ਐਂਡ ਅਗਰ ਤੁਸੀਂ ਰੋਜ਼ ਦੇਖੋ ਇਹ ਕੰਮ ਜਿਹੜਾ ਐਲ ਗੋਰ ਨੇ ਉਸ ਵੇਲੇ ਸ਼ੁਰੂ ਕੀਤਾ ਸੀਗਾ, ਇਨਕਨਵੀਨੀਐਂਟ ਟਰੂਥ। ਇਨਕਨਵੀਨੀਐਂਟ ਕਿਉਂ? ਕਿਉਂਕਿ ਇਸ ਹਕੀਕਤ ਦਾ ਸਾਨੂੰ ਸਾਹਮਣਾ ਕਰਨਾ ਪੈਣਾ ਆਉਣ ਵਾਲੀ ਜਨਰੇਸ਼ਨਸ ਲਈ। ਸੋ ਇਨ ਟਰਮਸ ਆਫ ਐਨਵਾਇਰਮੈਂਟਲ ਪਾਲਿਸੀ ਸਾਰੀ ਦੁਨੀਆ ਸਾਡੇ ਉੱਤੇ ਹੱਸ ਰਹੀ ਹੈ, ਬਿਕੋਜ਼ ਸਾਰੀ ਪ੍ਰੂਫ ਸਾਡੇ ਕੋਲ the Republican Party is known to be against the scientific community. So ਇਹ ਜਿਹੜਾ ਚੀਜ਼ ਹੈ, ਇਹ impression they have to get away from it, and you're destroying the future for our children. ਪਵਨ ਜੀ, ਇਹੀ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ, ਤੁਹਾਡੇ ਕਲੋਜ਼ਿੰਗ ਕਮੈਂਟਸ ਇਹਦੇ ਬਾਰੇ, 2 ਚੀਜ਼ਾਂ, ਹੈਲਥ ਕੇਅਰ ਤੇ ਖਾਸ ਕਰਕੇ ਜਿਹੜਾ ਇਹ ਜਲਵਾਯੂ ਸਮਝੌਤੇ ਦੇ ਉੱਤੇ ਤੁਹਾਡੇ ਕੀ ਕਮੈਂਟ ਨੇ? ਕਲੋਜ਼ਿੰਗ ਕਮੈਂਟ ਦੇਖੋ, ਹੈਲਥ ਕੇਅਰ ਦੇ ਵਿੱਚ ਤਾਂ ਮੈਂ ਇਹੀ ਕਹਿ ਸਕਦਾ ਕਿ ਜਦੋਂ ਬੰਦਾ ਮਰਦਾ ਹੈ, ਦੁਨੀਆ ਦੇ ਵੱਡੇ ਵੱਡੇ ਪੋਲੀਟੀਸ਼ੀਅਨ ਚਾਹੇ ਉਹ ਅਫਰੀਕਾ ਦੇ ਹੋਣ, ਏਸ਼ੀਆ ਦੇ ਹੋਣ, ਜਦੋਂ ਬੰਦਾ ਮਰਦਾ ਹੁੰਦਾ ਉਹ ਇਹੀ ਗੱਲ ਕਹਿੰਦੇ ਨੇ ਕਿ ਜੇ ਇਹਨੂੰ ਬਚਾਉਣਾ ਹੈ ਤੁਸੀਂ ਤਾਂ ਅਮਰੀਕਾ ਲੈ ਕੇ ਜਾਓ। ਸੋ ਆਬਵੀਅਸਲੀ ਜਿਹੜਾ ਸਾਡਾ ਹੈਲਥ ਕੇਅਰ ਹੈ ਇੱਥੇ ਉਹ ਹੈ ਤਾਂ ਨੰਬਰ 1 ਵਰਲਡ ਦਾ, ਕਿਉਂਕਿ ਆਬਵੀਅਸਲੀ ਜੇ ਸਾਰੀ ਦੁਨੀਆ ਤੋਂ ਲੋਕ ਸਾਡੇ ਕੋਲ ਇਲਾਜ ਕਰਵਾਉਣ ਆ ਰਹੇ ਨੇ। ਜੇ ਅਸੀਂ ਹਾਰਟ ਦੀ ਗੱਲ ਕਰਦੇ ਹਾਂ ਤਾਂ ਕਲੀਵਲੈਂਡ ਓਹਾਇਓ ਸੈਂਟਰ ਹੈ। ਜੇ ਇੰਜੀ ਜਿਹੜੇ ਕੈਂਸਰ ਦੇ ਸੈਂਟਰਸ ਨੇ ਉਹ ਅਮਰੀਕਾ ਵਰਗੇ ਹੋਰ ਕਿਸੇ ਕੋਲ ਨਹੀਂ ਹੈਗੇ। ਪਰ ਜੇ ਕੋਈ ਮੈਂ ਬੰਦਾ ਝੂਠਾ ਦੇਖਿਆ 2008 ਦੇ ਵਿੱਚ ਰਿਪਬਲਿਕਨ ਹੋਣ ਦੇ ਬਾਵਜੂਦ ਵੀ ਮੈਂ ਪ੍ਰੈਜ਼ੀਡੈਂਟ ਓਬਾਮਾ ਹੋਣਾ ਨੂੰ ਵੋਟ ਪਾਈ, ਕਿੰਨੀ ਵਾਰੀ ਟੀਵੀ ਤੇ ਜਾ ਕੇ ਉਹ ਬੰਦਾ ਕਹਿ ਰਿਹਾ ਸੀ ਕਿ ਯੋਰ ਕਵਰੇਜ ਵਿਲ ਨਾਟ ਚੇਂਜ, ਯੋਰ ਕਵਰੇਜ ਵਿਲ ਨਾਟ ਚੇਂਜ। ਪਰ ਸਭ ਤੋਂ ਪਹਿਲੀ ਚੀਜ਼ ਕਿ ਉਹ ਜਦੋਂ ਓਬਾਮਾ ਕੇਅਰ ਲਾਗੂ ਹੁੰਦੀ ਤੁਹਾਡੀ ਕਵਰੇਜ ਚੇਂਜ ਹੁੰਦੀ ਆ। ਮੈਨੂੰ ਯਾਦ ਹੈ ਕਿ ਜਿਹੜੀ ਆਮ ਪਾਲਿਸੀ ਕੋਈ $600-700 ਦੀ ਐਵਰੇਜ ਦੀ ਆਉਂਦੀ ਸੀਗੀ ਇੱਕ ਫੈਮਿਲੀ ਦੇ ਲਈ, ਅੱਜ ਉਹ ਪਾਲਿਸੀ 2000 ਤੋਂ 2500 ਦੀ ਪਹੁੰਚ ਚੁੱਕੀ ਆ। ਸੋ ਜੇ ਅਸੀਂ ਅਫੋਰਡੇਬਿਲਿਟੀ ਦੀ ਗੱਲ ਕਰਦੇ ਹਾਂ, ਅਫੋਰਡੇਬਲ ਬਿਲਕੁਲ ਨਹੀਂ ਹੈ, ਕਿਉਂਕਿ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਉਹ ਕਹਿ ਰਹੇ ਸੀਗੇ ਉਹ ਫਲॉड ਹੈਗੀਆਂ ਨੇ। It does not work. Medicare for all is not going to work. ਕਿਉਂਕਿ ਪਰ ਜਿਹੜੀ ਚੀਜ਼ ਹੈ ਉਹ ਟ੍ਰਾਂਸਪੇਰੈਂਸੀ ਚਾਹੀਦੀ ਹੈ। ਭਾਜੀ ਉਹਨਾਂ ਨੇ ਗੱਲ ਕੀਤੀ ਹੈ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਹਸਪੀਟਲਸ ਨੂੰ ਵੀ ਇਹ ਗੱਲ ਫੋਰਸ ਕੀਤੀ ਹੈ, ਜਿਹੜੀਆਂ ਵੱਡੀਆਂ ਫਾਰਮਾਸਿਊਟੀਕਲ ਹੈਗੀਆਂ ਨੇ ਹਸਪੀਟਲਸ ਨੂੰ ਵੀ ਇਹ ਗੱਲ ਕਹੀ ਹੈ ਕਿ ਤੁਸੀਂ ਆਪਣੀ ਜਿਹੜੀ ਪ੍ਰਾਈਸਿਸ ਨੇ ਉਹ ਟ੍ਰਾਂਸਪੇਰੈਂਟ ਰੱਖੋ, ਤਾਂ ਕਿ ਮਰੀਜ਼ ਨੂੰ ਪਤਾ ਹੋਵੇ ਵੀ ਕਿਹੜੇ ਹਸਪੀਟਲ ਤੋਂ ਜਾ ਕੇ ਇਲਾਜ ਸਸਤਾ ਹੋਣਾ, ਮੈਂ ਉੱਥੋਂ ਕਰਵਾ ਲਵਾਂ। ਔਰ ਜੇ ਦੂਜੀ ਗੱਲ, ਹਾਂਜੀ ਹਾਂ, ਜਿਹੜੀ ਇਹੀ ਗੱਲ ਜਿਹਨੂੰ ਬਾਰ-ਬਾਰ ਜੋ ਬਾਈਡਨ ਨੇ ਕਿਹਾ ਕਿ ਜਿਹੜੀਆਂ ਅੱਗਾਂ ਲੱਗ ਰਹੀਆਂ ਨੇ ਉਹ ਇਸੇ ਦਾ ਕਰਕੇ ਆ। ਮੇਰੇ ਖਿਆਲ 'ਚ ਇੰਨੀ ਛੇਤੀ ਤੇ ਅੱਗਾਂ ਦੀ ਪੋਸੀਬਿਲਿਟੀ ਨਹੀਂ ਹੈਗੀ ਕਿ ਪ੍ਰੈਜ਼ੀਡੈਂਟ ਟਰੰਪ ਫਰਾਂਸ ਸਮਝੌਤੇ 'ਚੋਂ ਬਾਹਰ ਨਿਕਲੇ ਤੇ ਉਹ ਹੋ ਗਿਆ। ਪਰ ਉਹਨੂੰ ਤੁਸੀਂ ਕਿਵੇਂ ਦੱਸਦੇ? ਉਹਨਾਂ ਨੇ ਕਿਹਾ ਕਿ ਬਿਲਕੁਲ ਇਹ ਜਿਹੜਾ ਜਲਵਾਯੂ ਸਮਝੌਤੇ ਦੇ ਵਿੱਚੋਂ ਬਾਹਰ ਨਿਕਲਣਾ, ਇਹ ਆਮ ਤੌਰ ਤੇ ਦੇਖਿਆ ਜਾ ਰਿਹਾ ਕਿ ਉਹਦੇ ਨਾਲ ਕਾਫੀ ਸਾਰੇ ਜਿਹੜਾ ਅਮਰੀਕਾ ਦੇ ਬਾਹਰ ਨਿਕਲਣ ਤੋਂ ਬਾਅਦ ਕਾਫੀ ਫਰਕ ਪਿਆ। ਤੁਸੀਂ ਇਹਦੇ ਬਾਰੇ ਕੀ ਕਹੋ? ਦੇਖੋ, ਜਿਹੜੀਆਂ এনवायरमेंटਲ ਚੇਂਜ ਹੁੰਦੀਆਂ ਨੇ ਲੌਂਗ ਟਰਮ ਪਲੈਨਿੰਗ ਹੁੰਦੀ ਆ। ਜੇ ਉਹ ਗਰੀਬ ਅਜੇ 4 ਸਾਲ ਦੀ ਉਹਨੇ ਟਰਮ ਪੂਰੀ ਨਹੀਂ ਕੀਤੀ ਔਰ ਹਰ ਜਗ੍ਹਾ ਤੇ ਉਹਨੂੰ ਠਿੱਬੀ ਲਾਉਣ ਲਈ ਕਦੀ ਇੰਪੀਚਮੈਂਟ ਕਰਤੀ, ਕਦੀ ਉਹਦੇ ਰਸ਼ੀਆ ਗੇਟ ਸਕੈਂਡਲ ਕੱਢ ਲਿਆ, ਜਿਹੜੀਆਂ ਕਿ ਚੀਜ਼ਾਂ ਬਿਲਕੁਲ ਫਾਲਸ ਨਿਕਲੀਆਂ। ਉਹਨਾਂ ਚੀਜ਼ਾਂ ਦੇ ਬਾਵਜੂਦ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਜਿੰਨੀ ਕੁ ਜ਼ਿਆਦਾ ਪ੍ਰੋਗਰੈਸ ਕੀਤੀ ਹੈ, ਕਿਉਂਕਿ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਖੁਦ ਮੁਖਤਿਆਰੀ। ਕਦੀ ਵੀ ਆਪਣੀ, ਔਰ ਪੰਜਾਬੀ ਇਸ ਚੀਜ਼ ਨੂੰ ਬਹੁਤ ਤਰੀਕੇ ਚੰਗੇ ਦੇ ਨਾਲ ਜਾਣਦੇ ਨੇ। ਅੱਜ ਕਿ ਭਾਵੇਂ ਮੈਂ ਥੋੜ੍ਹਾ ਜਿਹਾ ਕਿਉਂਕਿ ਵਰਲਡ ਪੋਲੀਟਿਕਸ ਹੈ ਔਰ ਇੰਡੀਆ ਜਿਹੜਾ ਉਹਦੇ ਨਾਲ ਟਰੰਪ ਵੀ ਚੰਗੇ ਨਾਤੇ ਰੱਖਣਾ ਚਾਹੁੰਦਾ ਔਰ ਬਾਈਡਨ ਵੀ ਨਾਤੇ ਚੰਗੇ ਰੱਖਣੇ ਚਾਹੁੰਦਾ, ਪਰ ਉੱਥੇ ਕਿਸਾਨਾਂ ਦੇ ਬਿੱਲ ਦੇ ਬਾਰੇ ਮੈਂ ਗੱਲ ਕਰਾਂ ਕਿ ਜਿਹੜੀ ਇੱਕ ਵਾਰੀ ਦੀ ਖੁਦ ਮੁਖਤਿਆਰੀ ਛੱਡੀ ਉਹ ਗਾਂ ਜਨਰੇਸ਼ਨਸ ਨੂੰ ਭੁਗਤਣੀ ਪੈਂਦੀ ਆ। ਜਿਹੜੇ ਹੱਕ ਆਪਣੇ ਇੱਕ ਵਾਰੀ ਛੱਡ ਦਈਏ ਉਹ ਮੁੜ ਕੇ ਟੇਕਸ ਜਨਰੇਸ਼ਨਸ ਟੂ ਫਾਈਟ, to struggle, to sacrifice, to gain those rights again. So ਅਸੀਂ ਅਮਰੀਕਾ ਦੀ ਇੰਡੀਪੈਂਡੈਂਸ ਕਦੀ ਵੀ ਅਸੀਂ ਨਹੀਂ ਡਿਸਾਈਡ ਕਰਾਂਗੇ ਕਿ ਸਾਡੀਆਂ ਫਿਊਚਰ ਜਨਰੇਸ਼ਨਸ ਦਾ ਫਿਊਚਰ ਜੋ ਹੈ ਉਹ ਬਰਸਲਸ ਦੇ ਵਿੱਚ ਫਰਾਂਸ ਜਾਂ ਇਟਲੀ ਜਾਂ ਜਰਮਨੀ ਜਾਂ ਕੋਈ ਹੋਰ ਜਾਂ ਜਾਪਾਨ ਜਾਂ ਚਾਈਨਾ ਲਿਖੇ। ਅਸੀਂ ਆਪਣੇ এনवायरमेंट ਦੀ ਟੇਕ ਕੇਅਰ ਆਪ ਕਰ ਸਕਦੇ ਹਾਂ। ਔਰ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਵੇਂ ਕੈਪ ਐਂਡ ਟ੍ਰੇਡ ਪਾਲਿਸੀ ਆ, ਹੋਰ ਪਾਲਿਸੀਜ਼ ਨੇ ਜਿਹਦੇ ਵਿੱਚ ਕਾਰਪੋਰੇਟ ਵਰਲਡ, ਭਾਵੇਂ ਕਿ ਮੈਂ ਕਾਰਪੋਰੇਟ ਵਰਲਡ ਦੇ ਬਿਲਕੁਲ ਅਗੇਂਸਟ ਆ, ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਕਾਰਪੋਰੇਟ ਵਰਲਡ ਜਿਹੜਾ ਉਹ ਪੋਲੀਟੀਕਲ ਸਿਸਟਮ ਦੇ ਵਿੱਚ ਡੋਨੇਸ਼ਨਸ ਦੇ ਸਕੇ। ਇਹ ਚੀਜ਼ਾਂ once again it's all across the board। ਇਹ ਚੀਜ਼ਾਂ ਨੂੰ ਸਮਝੌਤੇ ਕਰਨ ਲਈ ਦੋਨਾਂ ਪਾਰਟੀਆਂ ਨੂੰ ਬਹਿਣਾ ਪਵੇਗਾ ਔਰ ਇਸ ਦੇ ਨਾਲ ਬਾਈਪਾਰਟੀਸਨ ਬਿੱਲ ਜਿਹੜੇ ਪਾਸ ਹੋਣੇ ਚਾਹੀਦੇ। ਪਰ ਇਸ ਦੇ ਨਾਲ ਨਾਲ ਮੈਂ ਇਹ ਕਹਿਣਾ ਚਾਹੁੰਦਾ ਕਿ ਅਮਰੀਕਨਸ ਨੂੰ ਇਨਸੈਂਟਿਵਾਈਜ਼ ਕਰਨਾ ਚਾਹੀਦਾ, ਇਨਸੈਂਟਿਵਸ ਦੇਣੇ ਚਾਹੀਦੇ ਨੇ ਕਿ ਅਸੀਂ এনवायरमेंट ਦੀ ਟੇਕ ਕੇਅਰ ਕਰੀਏ, ਨਾ ਕਿ ਰੋਕ ਕੇ ਔਰ ਡੰਡੇ ਦੇ ਨਾਲ ਸਾਡੇ ਗਲ ਦੇ ਵਿੱਚੋਂ ਦੀ ਇਹ ਚੀਜ਼ਾਂ ਲੰਘਾਈਆਂ ਜਾਣ। ਮਨਮੀਤ ਜੀ, 2 ਲਾਈਨਾਂ 'ਚ ਕਲੋਜ਼ਿੰਗ ਕਮੈਂਟਸ ਤੁਹਾਡੇ। ਮੇਰੇ ਕਲੋਜ਼ਿੰਗ ਕਮੈਂਟਸ ਮੈਂ ਚਾਹੁੰਦਾ ਕਿ ਆਪਣੀ ਜਿੰਨੀ ਵੀ ਕਮਿਊਨਿਟੀ ਹੈਗੀ ਜੋ ਬਾਈਡਨ ਨੂੰ ਸਪੋਰਟ ਕਰੇ। ਸਾਡੀ ਕਮਿਊਨਿਟੀ ਓਵਰਆਲ ਬੜੀ ਤਗੜੀ ਹੈਗੀ।
ਸੋ ਇੰਨੇ ਬੈਨੀਫਿਟਸ ਜਿਹੜੇ ਸਾਨੂੰ ਮਿਲ ਰਹੇ ਹੈਗੇ ਹਾਫ ਆਫ ਭਾਵੇਂ ਫੂਡ ਸਟੈਂਪਸ ਹੋਣ ਭਾਵੇਂ ਮੈਡੀਕੇਅਰ ਮੈਡੀਕੇਡ ਵਗੈਰਾ ਸਭ ਤੋਂ ਅਹਿਮ ਚੀਜ਼ ਜਿਹੜੀ ਸਪੈਸੀਫਿਕਲੀ ਸਾਡੇ ਲਈ ਹੈ ਕਿ ਅਗਰ ਜੋ ਬਾਈਡਨ ਜਿੱਤ ਜਾਂਦਾ ਹੈਗਾ ਜਿਹੜੇ ਅਫਗਾਨ ਸਿੱਖ ਸਾਡੇ ਹੈਗੇ ਉਹਨਾਂ ਨੂੰ ਇੱਕ ਉਮੀਦ ਮਿਲ ਸਕਦੀ ਹੈਗੀ ਅਸੀਂ ਉਹਨਾਂ ਲਈ ਕਾਫੀ ਮਹੀਨਿਆਂ ਤੋਂ ਲੜੇ ਹਾਂ ਉਹ 700 ਬੰਦੇ ਜਿਹੜੇ ਉੱਥੋਂ ਇਹੋ ਜਿਹੇ ਧੱਕੇ 'ਚੋਂ ਨਿਕਲੇ ਉਹਨਾਂ ਦੀ ਉਮੀਦ ਉਹ ਸਾਡੇ ਉੱਤੇ ਰਿਲਾਈ ਕਰੇ ਸਾਡੀ ਵੋਟ ਦੇ ਉੱਤੇ ਰਿਲਾਈ ਕਰੇ ਅਸੀਂ ਸਾਰੇ ਉਹਨਾਂ ਨੂੰ ਇਕੱਠੇ ਜਾ ਕੇ ਬਚਾ ਸਕਦੇ ਹਾਂ ਜੇ ਟਰੰਪ ਆਉਂਦਾ ਹੈ ਉਹ ਮੁਮਕਿਨ ਨਹੀਂ ਹੈਗਾ ਜੇ ਅਗਰ ਮੈਨੂੰ ਅੱਜ ਪਵਨ ਕਹਿ ਦੇ ਕਿ ਟਰੰਪ ਆਏਗਾ ਤੇ ਇਹ ਸਾਰੇ ਅਫਗਾਨ ਸਿੱਖ ਅਮਰੀਕਾ ਦੇ ਵਿੱਚ ਆ ਜਾਣਗੇ ਤੇ ਮੈਂ ਵੀ ਵੋਟ ਪਾਵਾਂਗਾ ਬਟ ਜਿਸ ਤਰੀਕੇ ਨਾਲ ਮੈਂ ਟਰੰਪ ਦਾ ਟਰੈਕ ਰੈਕਰਡ ਦੇਖ ਰਿਹਾ ਐਬਸੋਲੂਟਲੀ ਕੋਈ ਉਮੀਦ ਨਹੀਂ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਵੈਰ ਵਿਤਕਰੇ ਵਧੀ ਜਾਣਗੇ ਸਿੱਖਾਂ ਦਾ ਇਸ ਦੇਸ਼ ਦੇ ਵਿੱਚ ਹੋਣਾ ਜਿਹੜੇ ਅਟੈਕ ਸਾਡੀ ਕਮਿਊਨਿਟੀ ਦੇ ਅਗੇਂਸਟ 9/11 ਦੇ ਬਾਅਦ ਹੋਏ ਉਹੋ ਜਿਹੇ ਅਟੈਕਸ ਵਧੀ ਜਾਣਗੇ ਤੇ ਇਸ ਦੇਸ਼ ਦੇ ਵਿੱਚ ਯੂਨਾਈਟਿਡ ਸਟੇਟਸ ਯੂਨਾਈਟਿਡ ਨਹੀਂ ਰਹਿਣਗੀਆਂ ਤੁਹਾਡਾ ਦੋਨਾਂ ਵਿਦਵਾਨਾਂ ਦਾ ਬਹੁਤ ਬਹੁਤ ਧੰਨਵਾਦ ਅਜੇ ਅਨਫੋਰਚੂਨੇਟਲੀ ਗੱਲਬਾਤ ਦਾ ਵਿੱਚ ਸਵਾਦ ਆਉਣ ਲੱਗਾ ਸੀਗਾ ਤੇ ਸਾਡਾ ਸਮਾਂ ਖਤਮ ਹੋ ਗਿਆ ਮੈਂ ਮਾਫੀ ਚਾਹੁੰਦਾ ਫਿਰ ਇੱਥੋਂ ਹੀ ਆਪਾਂ ਸ਼ੁਰੂ ਕਰਾਂਗੇ ਜਿਹੜੀਆਂ ਗੱਲਾਂ ਅੱਜ ਸ਼ੁਰੂ ਕੀਤੀਆਂ ਪਰ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਹੁਣ 2 ਮਿੰਟ ਮੈਨੂੰ ਵੀ ਦੇ ਦਿਓ ਕਲੋਜ਼ਿੰਗ ਸਟੇਟਮੈਂਟ ਦੇ ਲਈ ਮੈਂ ਇਹੀ ਕਹਿਣਾ ਚਾਹਾਂਗਾ ਸਾਰੇ ਸਿੱਖ ਵੋਟਰਸ ਨੂੰ ਕਿ ਸਭ ਤੋਂ ਪਹਿਲੀ ਗੱਲ ਹੈ ਸਾਡੀ ਫਰੀडम ਆਫ ਰਿਲੀਜਨ ਅਸੀਂ ਜਦੋਂ ਵੀ ਕੋਈ ਗੱਲ ਕਰਦੇ ਹਾਂ ਅਸੀਂ ਆਪਣਾ ਧਰਮ ਘਰੇ ਛੱਡ ਕੇ ਨਹੀਂ ਜਾ ਸਕਦੇ ਪਬਲਿਕ ਸਫੀਅਰਸ ਦੇ ਵਿੱਚ ਜਿੱਥੇ ਸਾਡੀ ਦਸਤਾਰ ਦੀ ਗੱਲ ਆਉਂਦੀ ਹੈ ਸਾਡੀ ਕਿਰਪਾਨ ਦੀ ਗੱਲ ਆਉਂਦੀ ਹੈ ਕਿਉਂਕਿ ਸੰਤ ਸਿਪਾਹੀ ਦਾ ਜੋ ਸਾਨੂੰ ਕਨਸੈਪਟ ਦਿੱਤਾ ਹੋਇਆ ਹੈ ਅਸੀਂ ਜੋ ਸੰਤਾਂ ਦੇ ਨਾਲ ਨਾਲ ਸਿਪਾਹੀ ਵੀ ਹਾਂ ਔਰ ਸਿਪਾਹੀ ਜਿਹੜਾ ਜੇ ਅਸੀਂ ਧਰਮ ਦੀ ਗੱਲ ਕਰਦੇ ਹਾਂ ਤਾਂ ਫਸਟ ਅਮੈਂਡਮੈਂਟ ਦੀ ਗੱਲ ਆਉਂਦੀ ਹੈ ਜੇ ਸਿਪਾਹੀ ਬਣਨਾ ਹੈ ਤਾਂ ਸੈਕੰਡ ਅਮੈਂਡਮੈਂਟ ਸਾਡੇ ਲਈ ਓਨੀ ਕੁ ਹੀ ਜ਼ਿਆਦਾ ਜ਼ਰੂਰੀ ਹੈ ਜੇ ਅਸੀਂ ਕਿਰਪਾਨ ਦੀ ਗੱਲ ਕਰਦੇ ਹਾਂ ਗੁਰੂ ਸਾਹਿਬ ਨੇ ਕਿਰਪਾਨ ਦਿੱਤੀ ਸੀ ਕਿਰਪਾਨ ਇੱਕ ਮਿਨੀਮਮ ਸੀਗਾ ਪਰ ਇਹ ਮੈਕਸਿਮਮ ਨਹੀਂ ਹੈਗਾ ਸਮੇਂ ਦੇ ਨਾਲ ਚੱਲਦੇ ਆ ਅੱਜ ਸਾਨੂੰ ਆਪਣੀ ਸੈਲਫ ਪ੍ਰੋਟੈਕਸ਼ਨ ਦੇ ਲਈ ਕਿਉਂਕਿ ਜੋ ਡੈਮੋਕ੍ਰੈਟਸ ਨੇ ਉਹ ਤਾਂ ਕਹਿੰਦੇ ਅਸੀਂ ਡੀਫੰਡ ਕਰ ਦੇਣੀ ਆ ਪੁਲਿਸ ਤੇ ਦੂਜੇ ਪਾਸੇ ਤੁਹਾਡੇ ਕੋਲ ਗੰਨਾਂ ਖੋ ਰਹੇ ਨੇ ਸੋ ਕ੍ਰਿਮੀਨਲਸ ਨੇ ਤਾਂ ਗਨ ਕਿਸੇ ਨਾ ਕਿਸੇ ਤਰੀਕੇ ਲੈ ਹੀ ਲੈਣੀ ਹੈ ਜਿਹੜਾ ਬੰਦਾ ਕ੍ਰਿਮੀਨਲ ਇੰਟੈਂਟ ਦੇ ਨਾਲ ਆ ਰਿਹਾ ਸੋ ਅਸੀਂ ਜੇ ਸੇਫਟੀ ਲੈਣੀ ਆ ਤਾਂ ਮੈਂ ਇਹੀ ਕਹਾਂਗਾ ਕਿ ਅਸੀਂ ਪ੍ਰੈਜ਼ੀਡੈਂਟ ਟਰੰਪ ਨੂੰ ਵੋਟਾਂ ਪਾਈਏ ਜਿਹੜੇ ਸੈਕੰਡ ਅਮੈਂਡਮੈਂਟ ਦੇ ਲਈ ਬਿਲਕੁਲ ਖੜੇ ਨੇ ਫਸਟ ਅਮੈਂਡਮੈਂਟ ਦੇ ਨਾਲ ਖੜੇ ਨੇ ਕਮਿਊਨਿਟੀਜ਼ ਆਫ ਫੇਥ ਜਿਹੜੀਆਂ ਨੇ ਉਹ ਪ੍ਰੈਜ਼ੀਡੈਂਟ ਟਰੰਪ ਦੀ ਸਪੋਰਟ ਕਰਦੀਆਂ ਨੇ ਔਰ ਇਸ ਦੇ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜੇ ਜੋ ਬਾਈਡਨ ਆਉਂਦੇ ਨੇ ਉਹ ਵੀਕ ਨੇ ਇਹ ਹਾਥੀ ਨੂੰ ਦੰਦ ਦਿਖਾਉਣ ਵਾਲੇ ਹੋਰ ਨੇ ਖਾਣ ਵਾਲੇ ਹੋਰ ਨੇ ਕਦੀ ਕਹਿੰਦੇ ਨੇ ਅਸੀਂ ਪੁਲਿਸ ਵੀ ਡੀਫੰਡ ਕਰ ਦੇਣੀ ਹੈ ਪਰ ਆਪ ਗੇਟਡ ਕਮਿਊਨਿਟੀਜ਼ ਦੇ ਵਿੱਚ ਰਹਿੰਦੇ ਨੇ ਇਹੋ ਜਿਹੇ ਲੋਕਾਂ ਤੋਂ ਬਚੀਏ ਖੁਦ ਮੁਖਤਿਆਰੀ ਕਦੀ ਵੀ ਨਹੀਂ ਛੱਡਣੀ ਚਾਹੀਦੀ ਕਿਸੇ ਵੀ ਤਰੀਕੇ ਤੇ ਕਿਸੇ ਵੀ ਮੁਕਾਮ ਤੇ ਪਹੁੰਚ ਕੇ ਆਪਣੀਆਂ ਸਿਵਲ ਲਿਬਰਟੀਜ਼ ਨੂੰ ਕਦੀ ਵੀ ਨਹੀਂ ਛੱਡਣੀਆਂ ਚਾਹੀਦੀਆਂ ਵੀ ਲਵ ਫਰੀडम ਦੈਟਸ ਵਾਈ ਵੀ ਕਮ ਹੀਅਰ ਕਿਉਂਕਿ ਅਕਸਰਕਾਰ ਜੇ ਸਾਰੀ ਦੁਨੀਆ ਤੋਂ ਅੱਜ ਵੀ ਲੋਕੀ ਇੱਥੇ ਆ ਰਹੇ ਨੇ ਤਾਂ ਇੱਕ ਅਮਰੀਕਨ ਸਿਸਟਮ ਜਿਹੜਾ ਹੈ ਜਿਹੜੀ ਐਂਟਰਪ੍ਰੈਨਿਓਰਸ਼ਿਪ ਕੈਪੀਟਲਿਜ਼ਮ ਦਾ ਕਰਕੇ ਆ ਰਹੇ ਨੇ ਤੁਹਾਡਾ ਦੋਨਾਂ ਦਾ ਅਗੇਨ ਬਹੁਤ ਬਹੁਤ ਧੰਨਵਾਦ ਬੜੀ ਚੰਗੀ ਗੱਲਬਾਤ ਹੋਈ ਹੈ ਇਹ ਸ਼ੁਰੂਆਤ ਹੈ ਤੁਹਾਡੇ ਤੱਕ ਇਹ ਵਿਚਾਰ ਪਹੁੰਚਣ ਲਈ ਇਸ ਜਨਰੇਸ਼ਨ ਨੇ ਇਥੋਂ ਦੀ ਰਾਜਨੀਤੀ ਨੂੰ ਹੰਡਾਉਣਾ ਹੈ ਇਥੋਂ ਦੀਆਂ ਪਾਲਿਸੀਆਂ ਇਹਨਾਂ ਦੇ ਉੱਤੇ ਇਹਨਾਂ ਦੇ ਜੀਵਨ ਦੇ ਉੱਤੇ ਜ਼ਿਆਦਾ ਅਸਰ ਪਾਉਣਗੀਆਂ ਇਹਨਾਂ ਨੇ ਸੇਧ ਦੇਣੀ ਆ ਦੋਨਾਂ ਇਸ ਵੇਲੇ ਇਹਨਾਂ ਜਿਹੜੇ ਸਾਡੇ ਮਹਿਮਾਨ ਨੇ ਆਪਣੇ ਆਪਣੇ ਇਹਨਾਂ ਦੀ ਵਿਚਾਰਧਾਰਾ ਹੈ ਪਰ ਖੁਸ਼ੀ ਇਸ ਗੱਲ ਦੀ ਆ ਕਿ ਦੋਨੋਂ ਹੀ ਆਪਣੀ ਆਪਣੇ ਵਿਚਾਰਧਾਰਾ ਦੇ ਨਾਲ ਪੂਰੀ ਤਰ੍ਹਾਂ ਦ੍ਰਿੜ ਨੇ ਤੇ ਬੜੇ ਸਪਸ਼ਟ ਨੇ ਪਾਲਿਸੀਆਂ ਨਾ ਸਿਰਫ ਇੱਥੋਂ ਦੀਆਂ ਬਲਕਿ ਸਾਡੇ ਆਪਣੇ ਬੀਤੇ ਸਮੇਂ ਦੇ ਵਿੱਚ ਅਸੀਂ ਕੀ ਕੀਤਾ ਕੀ ਸਾਡੀਆਂ ਪ੍ਰਾਪਤੀਆਂ ਸੀ ਚਾਹੇ ਉਹ ਦਲੀਪ ਸਿੰਘ ਸੋਹੰਦਰਾਂ ਦੇ ਰੂਪ 'ਚ ਹੋਣ ਜਾਂ ਭਗਤ ਸਿੰਘ ਸਿੰਧੂਰਾਂ ਦੇ ਸੰਘਰਸ਼ ਹੋਣ ਉਹਨਾਂ ਦੇ ਵਿੱਚੋਂ ਅੱਜ ਇਹਨਾਂ ਦੀ ਉਹ ਸੋਚ ਦਾ ਹਿੱਸਾ ਬਣ ਚੁੱਕਾ ਹੈ ਪੋਲੀਟੀਕਲੀ ਕਿਤੇ ਵੀ ਖਲੋਤੇ ਹੋਣ ਪਰ ਇਹ ਬਹਿਸ ਤੁਹਾਡੇ ਤੱਕ ਲੈ ਕੇ ਆਏ ਹਾਂ ਤਾਂ ਕਿ ਅਸੀਂ ਇਸ ਮਿਸਾਲ ਨੂੰ ਅੱਗੇ ਤੋਰ ਸਕੀਏ ਆਸ ਕਰਦੇ ਹਾਂ ਕਿ ਅਜਿਹੇ ਪ੍ਰੋਗਰਾਮ ਤੇ ਇਹਨਾਂ ਦੀ ਵਿਚਾਰਧਾਰਾ ਨੂੰ ਅਸੀਂ ਫਿਰ ਦੁਬਾਰਾ ਤੁਹਾਡੇ ਤੱਕ ਲੈ ਕੇ ਆਵਾਂਗੇ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਅੱਜ ਇੰਨਾ ਹੀ ਤੁਸੀਂ ਦੇਖਦੇ ਰਹੋ PTC ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ